हेलो एवरीवन, दिस इज़ कलम ईमान। ਅੱਜ ਆਪਾਂ NCERT ਹਿਸਟਰੀ ਚੈਪਟਰ 8 ਡਿਸਕਸ ਕਰਨ ਜਾ ਰਹੇ ਹਾਂ। ਸੋ ਵਿਦਆਊਟ ਫਰਦਰ ਡੀਲੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਮੇਨ ਚੈਪਟਰ ਨੰਬਰ 1 ਹੈ ਜੋ ਹਿਸਟਰੀ ਦਾ ਇੰਟਰੋਡਕਸ਼ਨ ਮਾਡਰਨ ਹਿਸਟਰੀ ਪੜ੍ਹਨ ਤੋਂ ਪਹਿਲਾਂ ਦੇ ਇੰਟਰੋਡਕਸ਼ਨ, ਜਿਹਦੇ ਵਿੱਚ ਆਪਾਂ ਡੇਟਸ ਦੀ ਇੰਪੋਰਟੈਂਸ, ਕੁਝ ਸੋਰਸ ਆਫ ਇਨਫੋਰਮੇਸ਼ਨ ਜਿੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਕੀ ਹੋਇਆ ਸੀ, ਕਿਵੇਂ ਹੋਇਆ ਸੀ, ਇਹਨਾਂ ਬਾਰੇ ਜਾਣਾਂਗੇ। ਐਂਡ ਤੁਸੀਂ ਇਸ NCERT ਦਾ ਚੈਪਟਰ ਪੜ੍ਹਨ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖ ਲਿਓ ਤਾਂ ਕਿ ਜਦੋਂ ਤੁਸੀਂ ਚੈਪਟਰ ਰੀਡ ਕਰੋਗੇ ਤੁਹਾਨੂੰ ਸਾਰੇ ਕਨਸੈਪਟਸ ਦੀ ਕਲੈਰਿਟੀ ਹੋ ਜਾਏਗੀ। ਸੋ ਚੈਪਟਰ ਨੰਬਰ 1 ਤੁਸੀਂ ਸਲਾਈਡ 'ਤੇ ਦੇਖ ਹੀ ਸਕਦੇ ਹੋ ਕਿ ਹਿਸਟਰੀ ਇਜ਼ ਅ ਪੈਰਾਡੋਕਸ, ਜਿਹਦਾ ਮਤਲਬ ਕਿ ਹਿਸਟਰੀ ਆਪਾਂ ਨੂੰ ਡੀਲ ਕਰਦੀ ਹੈ ਹਾਊ, ਵੈਨ ਐਂਡ ਵੇਅਰ, ਕਿਵੇਂ, ਕਦੋਂ ਅਤੇ ਕਿੱਥੇ। ਇਜ਼ ਹਿਸਟਰੀ ਜਸਟ ਅਬਾਊਟ ਮੈਮੋਰਾਈਜ਼ਿੰਗ ਡੇਟਸ? ਤਾਂ ਆਨਸਰ ਹੈ ਨਹੀਂ। ਹਿਸਟਰੀ ਇਕੱਲਾ ਡੇਟਸ ਨੂੰ ਯਾਦ ਕਰਨਾ ਨਹੀਂ ਹੁੰਦਾ। ਹਿਸਟਰੀ ਦੇ ਵਿੱਚ ਤੁਸੀਂ ਪ੍ਰੋਸੈਸ ਦੇਖਦੇ ਹੋ ਕਿ ਕਿਆ ਐਕਚੁਅਲੀ ਚੇਂਜ ਹੋਇਆ ਓਵਰ ਦਾ ਟਾਈਮ ਦੇ ਨਾਲ ਨਾਲ। ਠੀਕ ਹੈ, ਅੱਜ 2026 ਚੱਲ ਰਿਹਾ। ਇਸ ਤੋਂ ਪਹਿਲਾਂ ਜਦ 1947 ਦੇ ਵਿੱਚ ਕੀ ਸਿਸਟਮ ਸੀ, ਉਹ ਤੁਸੀਂ ਸਿਰਫ ਤੁਹਾਨੂੰ ਕੋਈ ਕਹਿ ਦੇਗਾ 1947 ਅਤੇ 226 ਇਹਦੇ ਨਾਲ ਤੁਹਾਨੂੰ ਕੁਛ ਚੇਂਜ ਪਤਾ ਲੱਗਿਆ ਨਹੀਂ, ਬਟ ਤੁਹਾਨੂੰ ਇਹ ਜ਼ਰੂਰ ਪਤਾ ਲੱਗਿਆ ਕਿ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਓਵਰ ਦਾ ਟਾਈਮ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ। So most people think that history is just about memorizing dates, but true history is about the process. Process keda? It is about observing changes that happened over the time. When we compare the past with the present, we are asking what has changed. ਤੇ ਇਹੀ question ਹੈ ਜਿਹਨੇ ਪੂਰੀ history ਬਣਾਤੀ ਕਿ what has changed. ਦੂਜੀ ਸਲਾਈਡ ਦੇਖੀਏ ਤਾਂ ਦੂਜੀ ਦੇ ਉੱਪਰ ਲਿਖਿਆ ਦ ਲੌਜਿਕ ਆਫ ਡੇਟਸ। ਆਪਾਂ ਵੀ ਯੂਜੂਅਲੀ ਸੇ ਡੇਟਸ ਐਂਡ ਪੀਰੀਅਡਸ। ਸੋ ਡੇਟਸ ਐਕਚੁਅਲੀ ਆਰ ਨਾਟ ਜਸਟ ਲੇਬਲਸ, ਬਟ ਇਹ ਕੋਈ ਸਪੈਸੀਫਿਕ ਈਵੈਂਟ ਮਾਰਕ ਕਰਦੇ ਨੇ। ਜਿਵੇਂ ਕਿ ਫੋਰ ਐਗਜ਼ਾਮਪਲ ਲਿਖਿਆ ਹੋਇਆ ਦ 1770s ਬੰਗਾਲ ਫੈਮਾਈਨ। ਇਸ ਪਿਕਚਰ ਨੂੰ ਯਾਦ ਰੱਖਿਓ, ਤੁਹਾਡੇ ਦਿਮਾਗ 'ਚ ਆ ਜਾਏਗਾ ਵੈਨ ਯੂ ਵਿਲ ਸਾਈਟ ਐਨ ਐਗਜ਼ਾਮਪਲ ਫॉर ਦ ਲੌਜਿਕ ਆਫ ਡੇਟਸ। ਇਟ ਵਿਲ ਬੀ ਵੈਰੀ ਹੈਲਪਫੁਲ ਫॉर योर ਆਨਸਰ। ਸੋ ਡੇਟਸ ਜਿਹੜੇ ਲੇਬਲ ਨਹੀਂ ਹੁੰਦੇ ਕਿ ਹਾਂ ਜਸਟ ਕੁਛ ਨੰਬਰਸ ਨੇ, ਬਟ ਦੇ ਮਾਰਕ ਸਪੈਸੀਫਿਕ ਈਵੈਂਟਸ। ਵਟ ਕਾਈਂਡ ਆਫ ਈਵੈਂਟਸ? ਫॉर ਐਗਜ਼ਾਮਪਲ ਦ ਟ੍ਰੈਜਿਕ ਫੈਮਾਈਨ ਆਫ 1770 in Bengal, which claimed 10 million lives. We refer to approximate periods to understand when changes become visible. ਆਪਾਂ ਡੇਟਸ ਦੇ ਨਾਲ ਉਹ ਪੀਰੀਅਡ ਦੱਸਦੇ ਹਾਂ ਜਦੋਂ ਆਪਾਂ ਨੂੰ ਚੇਂਜਸ ਦਿਖਣ ਲੱਗੇ ਕਿ ਐਕਚੁਅਲੀ ਚੇਂਜ ਹੋ ਗਏ, ਰਾਦਰ ਦੈਨ ਸਾਰਾ ਕੁਛ ਆਪਾਂ ਪਿਨ ਨਹੀਂ ਕਰਦੇ ਹੁੰਦੇ ਕਿ 21 ਸਿੰਗਲ ਡੇ ਦੇ ਅੰਦਰ ਆਪਾਂ ਕਹਤੇ ਦੈਟ ਐਵਰੀਥਿੰਗ ਹੈਪਨਡ ਔਨ ਦਿਸ। ਨੋ, ਦੇ ਆਰ ਨਾਟ ਜਸਟ ਨੰਬਰਸ ਦੈਟ ਦੇ ਇੰਡੀਕੇਟ a period when the changes started becoming visible. So ਇਹ ਜ਼ਰੂਰ ਮੈਂਸ਼ਨ ਕਰਨਾ, ਡੂ ਮੈਂਸ਼ਨ ਦ ਡੇਟਸ ਵਰਸਿਸ ਪੀਰੀਅਡਸ ਐਂਡ 1770s Bengal famine as an example and your answer will be very good. Next, coming to the another slide, number 3. Let's talk about defining history. If we focus what actually the modern history ਦਾ ਫੋਕਸ ਕਿੱਥੇ ਹੁੰਦਾ? we call it colonial focus. colonial ਦੇ ਵਿੱਚ ਹਮੇਸ਼ਾ ਗੱਲ ਬ੍ਰਿਟਿਸ਼ ਫੋਕਸ ਦੇ ਉੱਪਰ ਹੁੰਦੀ ਹੈ, ਦੈਟ ਇਜ਼ ਗਵਰਨਰ ਜਨਰਲਸ, ਔਰ ਜਿਹਦੇ ਵਿੱਚ ਫਸਟ ਨੇਮ ਆਪਣੇ ਪਾਸ ਵਰਨ ਹੈਸਟਿੰਗਸ ਆਉਂਦਾ ਹੈ ਐਂਡ ਇੱਕ ਲੰਬੀ ਚੌੜੀ ਲਿਸਟ ਤੋਂ ਬਾਅਦ ਆਪਣੇ ਪਾਸ ਆਉਂਦਾ ਲਾਰਡ ਮਾਊਂਟਬੈਟਨ, ਰਾਈਟ। ਸਭ ਤੋਂ ਜ਼ਿਆਦਾ ਔਖੀ ਚੀਜ਼ ਅਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਵੀ ਕਹਾਂਗੇ ਕਿ ਮਾਡਰਨ ਹਿਸਟਰੀ ਦੇ ਵਿੱਚ, ਚਾਹੇ ਫਿਰ ਉਹ ਆਪਣੇ ਸਕੂਲ ਐਗਜ਼ਾਮਸ ਦੇ ਲਈ ਹੋਵੇ ਜਾਂ ਫਿਰ ਆਪਣੇ ਅੱਗੇ ਕੋਈ ਵੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਹੋਵੇ, ਦੀ ਗਵਰਨਰ ਜਨਰਲਸ ਦੀ ਟਾਈਮ ਲਾਈਨ ਇਜ਼ ਮਸਟ, ਰਾਈਟ। ਸੋ ਅਰਲੀ ਬ੍ਰਿਟਿਸ਼ ਹਿਸਟੋਰੀਅਨ ਸੀ ਜਿਹੜੇ ਇੰਡੀਆ ਦੇ ਵਿੱਚ, ਉਹਨਾਂ ਨੇ ਹਿਸਟਰੀ ਨੂੰ ਇੰਨਾ ਸਟਰਕਚਰ ਕੀਤਾ ਸੀ ਗਵਰਨਰ ਜਨਰਲਸ ਦੀ ਲਾਈਫ ਦੇ ਆਲੇ ਦੁਆਲੇ, ਐਂਡ ਈਵਨ ਕਿ ਇੰਨਾ ਜ਼ਿਆਦਾ ਕਿ ਉਹਨਾਂ ਦੀ ਬਾਇਓਗ੍ਰਾਫੀਜ਼ ਦੇ ਵਿੱਚ ਵੀ ਉਹਨਾਂ ਨੇ ਪ੍ਰੋਜੈਕਟ ਕੀਤਾ ਸੀ। ਦੇ ਪ੍ਰੋਜੈਕਟਡ ਦੈਮ ਐਜ਼ ਅ ਪਾਵਰਫੁਲ ਫਿਗਰਸ ਐਂਡ ਦੇ ਪ੍ਰੈਜ਼ੈਂਟਡ ਦੇਅਰ ਪਰਸਨਲ ਡੀਡਸ ਐਂਡ ਇਨ ਦ ਫੋਰਮ ਆਫ ਚੈਪਟਰਸ ਆਫ ਹਰ ਹਿਸਟਰੀ। ਉਹਨਾਂ ਦੀ ਪਰਸਨਲ ਡੀਡਸ ਨੂੰ, ਉਹਨਾਂ ਦੀ ਪਰਸਨਲ ਲਾਈਫਸ ਦੇ ਉੱਪਰ ਇੱਕ ਪੂਰੇ ਚੈਪਟਰ ਬਣਾ ਦਿੱਤੇ ਗਏ। see how importance were given to them. So governor general, so history ਜਿਹੜੀ modern history ਦੀ ਆਪਾਂ define ਕਰਾਂਗੇ that its main focus is colonial focus, British focus, that is governor generals. Coming to the next is periodization, James Mill model। ਆਪਾਂ ਨੂੰ ਪਤਾ ਹੀ ਹੈ ਕੈਮਿਸਟਰੀ ਦੇ ਵਿੱਚ ਪੀਰੀਓਡਿਕ ਟੇਬਲ ਹੁੰਦਾ,
ਸੇਮ ਐਜ਼ ਇਟ ਇਜ਼ ਹਿਸਟਰੀ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਹਿਸਟਰੀ ਇਜ਼ ਡਿਵਾਈਡਡ ਇਨਟੂ ਫੇਮਸਲੀ ਇਨਟੂ ਐਂਸ਼ੀਐਂਟ ਮੈਡੀਵਲ ਐਂਡ ਮਾਡਰਨ ਰਾਈਟ। ਲੇਕਿਨ ਜੇਮਸ ਮਿਲ ਸੀ ਜੋ ਉਹਨਾਂ ਨੇ 1870 ਦੇ ਵਿੱਚ ਇੱਕ ਮੋਡਲ ਕੱਢਿਆ ਜਿਹਦੇ ਵਿੱਚ ਉਹਨਾਂ ਨੇ ਇਸ ਪੀਰੀਅਡ ਨੂੰ ਡਿਵਾਈਡ ਕੀਤਾ 3 ਪਰਸਪੈਕਟਿਵਸ ਦੇ ਵਿੱਚ। ਪਹਿਲਾ ਹਿੰਦੂ, ਸੈਕਿੰਡ ਮੁਸਲਿਮ ਐਂਡ ਥਰਡ ਬ੍ਰਿਟਿਸ਼। ਇਹਨਾਂ ਨੂੰ ਸੁਣ ਕੇ ਲੱਗ ਨਹੀਂ ਰਿਹਾ ਕਿ ਉਹਨਾਂ ਨੇ ਜੋ ਜੇਮਸ ਮਿਲ ਨੇ ਮੋਡਲ ਬਣਾਇਆ ਇਟ ਵਾਜ਼ ਬੇਸਡ ਔਨ ਦ ਬੇਸਿਸ ਆਫ ਦ ਮੋਡਲ ਵਾਜ਼ ਰਿਲੀਜਨ, ਧਰਮ ਸੀ। ਬਿਕੋਜ਼ ਉਹਨਾਂ ਨੇ ਜਿਹੜੇ ਉਸ ਟਾਈਮ ਦੇ ਰਾਜੇ ਸੀਗੇ ਉਹਨਾਂ ਦਾ ਕਿਆ ਧਰਮ ਸੀ, ਉਹਨਾਂ ਨੂੰ ਦੇਖ ਦੇਖ ਕੇ ਦੇ ਹੈਵ ਡਿਵਾਈਡਡ ਹਿੰਦੂ, ਮੁਸਲਿਮਸ ਐਂਡ ਬ੍ਰਿਟਿਸ਼ ਰਿਸਪੈਕਟਿਵ ਪੀਰੀਅਡਸ। ਸੋ ਇਹਦਾ ਜਿਵੇਂ ਐਵਰੀ ਥਿੰਗ ਹੈਜ਼ ਇਟਸ ਪ੍ਰੋਜ਼ ਐਂਡ ਕੌਨਸ, ਇਸ ਮੋਡਲ ਦੇ ਵੀ ਨੁਕਸਾਨ ਸੀਗੇ। ਵਟ ਵਰ ਦੈਟ ਪਹਿਲਾ ਸਟੀਰੀਓਟਾਈਪਿੰਗ ਐਂਡ ਸੈਕਿੰਡ ਇਨਟੋਲਰੈਂਸ। Because in 1717 James Mill divided Indian history into Hindu, Muslims and British periods, and this was problematic because it assumed religious intolerance and superstitions defined these eras, ignoring that diversity and different faiths existed simultaneously under many rulers। ਹੋਰ ਵੀ ਤਾਂ ਬਹੁਤ ਸਾਰੇ ਜ਼ਰੂਰੀ ਨਹੀਂ ਕਿ ਜੋ ਰਾਜਾ ਹਿੰਦੂ ਸੀ ਤਾਂ ਉਹਦੀ ਸਾਰੀ ਪ੍ਰਜਾ ਹੀ ਹਿੰਦੂ ਹੋਵੇ। other religions do existed, Muslims, there were Muslims when Hindu period is mentioned by James Mill, there were Hindus when the Muslims period is projected। so these were the flaws of this period। coming to the next is understanding colonial। ਆਪਾਂ ਬਹੁਤ ਕਹਿੰਦੇ ਹਾਂ that the period is colonial period। what actually colonial is related to 2 words, remember, subjugation and change। when one country subjugates to another it results in political, economic, social and cultural changes and we call it colonization। british rule ने अपना control इंडिया ਦੇ ਵਿੱਚ बनाया and it resulted in revenue, market and local nawabs control which altered the very fabric of Indian life। India life पूरी तरह ही बदल चुकी सी। so every subjugation results in ਉਹਦਾ political, ਉਹਦਾ economic, ਉਹਦਾ social and cultural change आना बिल्कुल ही पक्का है। so this is what we refer in our terms as colonization। so this is what colonization actually means, when किसी दे राज करके economic या social cultural changes आन। but have you ever thought कि ਆਪਾਂ ਨੂੰ ਪਤਾ ਕਿਵੇਂ ਲੱਗਿਆ ਕਿ ਇਸ ਟਾਈਮ ਕਿਆ ਸੀ? how do we know all about the information of modern history, right? so it is because of administration, it is because of the museums and archives। how do we all know this? the British administrative culture was obsessed with writing। every instruction, plan and investigation was written down and preserved in record rooms, archives and museums। because ਜੋ ਬ੍ਰਿਟਿਸ਼ਰ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਹਰ ਇੱਕ ਚੀਜ਼ ਨੂੰ they used to write it down, they used to jot it down and ਉਹਨਾਂ ਦੀ ਇਹ ਰਾਈਟਿੰਗ ਦੀ ਹੈਬਿਟ ਸੀਗੀ, ਇਹ ਆਪਣੇ ਲਈ ਇੱਕ ਸੋਰਸ ਦੀ it is a source ਬਣ ਚੁੱਕੀ ਹੈ, ਆਪਣੇ ਲਈ knowledge ਦਾ source ਬਣ ਗਈ। we gather all of our knowledge that exists today from these very sources that are museums and archives। okay, coming to the next is the surveys and mapping the empires। it means ਹੁਣ surveys ਦਾ ਕਿਆ ਮਤਲਬ ਹੈ? so surveys means mapping the territory। so Britishers believe that if they want to rule effectively the British needed to know the land, right? ਉਹਨਾਂ ਨੂੰ ਪਤਾ ਸੀ ਕਿ ਜਿੱਥੇ ਤੁਸੀਂ ਰਾਜ ਕਰਨਾ ਉੱਥੇ ਦੀ ਜਗ੍ਹਾ ਨੂੰ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ ਹੋਊਗਾ। so what did they do? they did detailed surveys mapping topography, soil quality and cropping patterns। ਪਹਿਲਾਂ ਉਹਨਾਂ ਨੇ ਸਿਰਫ ਲੈਂਡ ਦੇਖਿਆ, that was ਉਹਨਾਂ topography ਦੇਖੀ, soil quality ਦੇਖੀ and cropping patterns ਦੇਖੇ। after that by late 19th century they conducted census operations where they recorded the information based on caste, religion, occupation all over the all provinces। ਸਾਰੀ provinces ਦੇ ਵਿੱਚ occupation, religion ਤੇ caste ਦਾ ਵੀ ਸਰਵੇ ਕੀਤਾ। botanical, zoological and census mapping the territory। coming to the next is the limitation of official records। now we have discussed that the official records provide us the source of the knowledge, they are the source of knowledge, right? but
कैन यू see on the screen what officials record do not tell and looking for other sources। ਇਸ ਦਾ ਮਤਲਬ ਇਹ ਹੈ ਕਿਉਂਕਿ official record ਸਿਰਫ ਆਪਾਂ ਨੂੰ ਉਹੀ ਚੀਜ਼ਾਂ ਦੱਸਦੇ ਹੁੰਦੇ ਸੀ ਜੋ ਉਹ ਦੱਸਣਾ ਚਾਹੁੰਦੇ ਸੀ, ਜੋ ਬ੍ਰਿਟਿਸ਼ ਵਿਸ਼ਡ ਟੂ ਪ੍ਰੀਜ਼ਰਵ ਐਂਡ ਵਟ ਦੇ ਥੋਟ ਕਿ ਇਹ ਸਹੀ ਹੈ, ਜੋ ਉਹਨਾਂ ਦੇ ਹਿਸਾਬ ਨਾਲ ਸਹੀ ਹੈ ਔਰ ਜੋ ਰੱਖਣਾ ਚਾਹੁੰਦੇ ਤੇ ਸਿਰਫ ਰਿਕਾਰਡਸ ਦੇ ਵਿੱਚ ਉਹਨਾਂ ਨੇ ਉਹੀ ਰੱਖਿਆ ਸੀ। ਸੋ ਵਟ ਅਬਾਊਟ ਬਟ ਇਨਫੋਰਮੇਸ਼ਨ ਤਾਂ ਉਹ ਹੁੰਦੀ ਹੈ ਨਾ ਜੋ ਸਾਰੇ ਪਾਸੇ ਦੇ ਹੋਵੇ। ਆਪਾਂ ਨੂੰ ਇੱਕ ਪਲੂਰਲ ਪਾਸ ਚਾਹੀਦਾ ਸੀ, ਨਾ ਕਿ ਸਿੰਗੂਲਰ ਇਜ਼ ਜਦੋਂ ਦੇ ਇੱਕ ਬੰਦੇ ਦੇ ਹਿਸਾਬ ਦੇ ਨਾਲ ਤੁਸੀਂ ਸਭ ਨੂੰ ਸਾਰੇ ਰਿਕਾਰਡਸ ਇੱਕ ਬੰਦੇ ਦੇ ਹਿਸਾਬ ਦੇ ਨਾਲ, ਬਟ ਵੀ ਵਾਂਟ ਅ ਪਲੂਰਲ ਪਾਸ। ਵੀ ਵਾਂਟ ਟੂ ਨੋ ਵਟ ਵਾਜ਼ ਦ ਲਾਈਫ ਆਫ, ਇਫ ਵੀ ਨੋ ਦ ਲਾਈਫ ਆਫ ਰਿਚ ਵੀ ਵਾਂਟ ਟੂ ਨੋ ਵਟ ਵਾਜ਼ ਦ ਲਾਈਫ ਆਫ ਦ ਪੂਅਰਸ, ਰਾਈਟ। ਸੋ ਤੁਹਾਨੂੰ ਪਰਸਪੈਕਟਿਵ ਦੇਖਣਾ ਪੂਅਰਸ, ਟਰਾਈਬਲਸ, ਪੈਸੈਂਟਸ, ਇਹਨਾਂ ਸਭ ਦੀ ਲਾਈਫਸ ਨੂੰ ਦੇਖਣ ਦੇ ਲਈ ਆਪਣੇ ਕੋਲ ਸੋਰਸਿਸ ਸੀਗੀ ਡਾਇਰੀਜ਼, ਪਿਲਗ੍ਰਿਮਸ ਦੇ ਅਕਾਊਂਟਸ, ਜੇ ਟਰੈਵਲਰਸ ਆਉਂਦੇ ਸੀ ਉਹਨਾਂ ਦੇ ਅਕਾਊਂਟਸ, ਐਂਡ ਇਹ ਸੋਰਸਿਸ ਪਲੂਰਲ ਪਾਸ ਦਿੰਦੇ ਸੀ ਜਿਸ ਨੂੰ ਆਪਾਂ ਦ ਰੀਅਲ ਹਿਸਟਰੀ ਆਫ ਦ ਪੀਪਲ। ਸੋ ਇੱਥੇ ਦ ਅਦਰ ਸੋਰਸਿਸ ਮੀਨਸ ਦ ਲਿਸਟਿੰਗ ਆਫ ਦ ਫੈਕਟਸ ਦੈਟ ਵਰ ਗਿਵਨ ਇਨ ਦ ਡਾਇਰੀਜ਼, ਪਿਲਗ੍ਰਿਮ ਅਕਾਊਂਟਸ ਐਂਡ ਟਰੈਵਲਰਸ ਦੇ ਅਕਾਊਂਟਸ। ਸੋ ਇਹੀ ਸੀ ਰੀਅਲ ਹਿਸਟਰੀ ਆਫ ਦ ਪੀਪਲ, ਅਤੇ ਇਹੀ ਇਹਦੀ ਲਿਮਿਟੇਸ਼ਨਸ ਹੈ ਬਿਕੋਜ਼ ਇਹ ਆਪਾਂ ਨੂੰ ਇੱਕ ਵਨ ਪੁਆਇੰਟ ਦਿੰਦੇ ਹੈ, ਸੈਕਿੰਡ ਪੁਆਇੰਟ ਨਹੀਂ ਦੱਸਦੇ, ਕੋਇਨ ਦੀ ਸੈਕਿੰਡ ਸਾਈਡ ਨਹੀਂ ਦੱਸਦੇ। ਸੋ ਇਸ ਦੇ ਨਾਲ ਵੀਡੀਓ ਖਤਮ ਹੁੰਦੀ ਹੈ। ਇਹ ਸੀ ਚੈਪਟਰ ਨੰਬਰ 1 ਹਿਸਟਰੀ NCERT ਕਲਾਸ 8। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਦ ਚੈਨਲ। ਮੇਰੀ ਫਸਟ ਵੀਡੀਓ ਹੋਣ ਕਰਕੇ ਹੋ ਸਕਦਾ ਤੁਸੀਂ ਸਭ ਨੇ ਕੋਈ ਸੁਜੈਸ਼ਨਸ ਦੇਣੇ ਹੋਣ ਮੈਨੂੰ, ਤਾਂ ਪਲੀਜ਼ ਡੂ ਸ਼ੇਅਰ ਇਨ ਦ ਕਮੈਂਟ ਸੈਕਸ਼ਨ। ਐਂਡ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਰਨਾ ਨਾ ਭੁੱਲਣਾ। ਕਲਮ-ਏ-ਮਾਨ ਚੈਨਲ ਹੈ ਐਂਡ ਗਾਈਜ਼ ਇਸ ਦੇ ਵਿੱਚ ਸਿਰਫ ਤੁਹਾਨੂੰ NCERT ਦੀ ਬੁੱਕਸ ਦੇ ਐਕਸਪਲੇਨੇਸ਼ਨ ਨਹੀਂ ਮਿਲੇਗੀ, ਬਲਕਿ ਹੋਰ ਸਬਜੈਕਟਸ ਦੀ ਵੀ ਮਿਲੇਗੀ, ਜਿਵੇਂ ਇਕਨੋਮਿਕਸ ਹੋ ਗਿਆ, ਆਪਣੇ ਕੋਲ ਸਾਇੰਸ ਹੋ ਗਈ। ਸੋ ਪਲੀਜ਼ ਡੂ ਫੋਲੋ ਦ ਚੈਨਲ, ਡੂ ਸਬਸਕ੍ਰਾਈਬ ਦ ਚੈਨਲ, ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ। ਐਂਡ ਪਲੱਸ ਕਿਉਂਕਿ ਮੈਂ BA LLB ਸਟੂਡੈਂਟ ਹੈ, ਇਸ ਕਰਕੇ ਮੈਂ ਚਾਹੂੰਗੀ ਕਿ ਮੈਂ ਤੁਹਾਨੂੰ ਲਾਅ ਦੇ ਸਬਜੈਕਟਸ ਦੇ ਵੀ ਆਪਣੇ ਖੁਦ ਦੇ ਬਣਾਏ ਹੋਏ ਹੈਂਡਮੇਡ ਨੋਟਸ ਦੇ ਥਰੂ ਜਾਂ ਵਿਜ਼ੂਅਲ ਪ੍ਰੈਜੈਂਟੇਸ਼ਨ ਦੇ ਥਰੂ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ। BNS BNSS ਪਲੀਜ਼ ਸੈਕਸ਼ਨ ਦੇ ਵਿੱਚ ਜ਼ਰੂਰ, ਕਮੈਂਟ ਸੈਕਸ਼ਨ ਦੇ ਅੰਦਰ ਜ਼ਰੂਰ ਲਿਖਣਾ ਕਿ ਤੁਸੀਂ ਕਿਹੜੀ ਅਗਲੀ ਵੀਡੀਓ ਚਾਹੁੰਦੇ ਹੋ। ਐਂਡ ਪਲੀਜ਼ ਡੂ ਨਾਟ ਫੋਰਗੇਟ ਟੂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਦ ਚੈਨਲ। ਟਿਲ ਦੈਨ ਬਾਏ ਬਾਏ, ਟੇਕ ਕੇਅਰ, ਹੈਵ ਅ ਨਾਈਸ ਡੇ, ਥੈਂਕ ਯੂ।